संतां के कारज आप खलोया, संतां के कारज हर कम करावण आया राम। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੱਚ ਸੁਣਾਏ ਸੀ ਸੱਚ ਕੀ ਬੇਲਾ। ਮਹਾਰਾਜਾ ਪਟਿਆਲਾ ਦੀ ਸਾਖੀ ਭਾਗ 2। ਬਾਬਾ ਮਹਾਂ ਹਰਨਾਮ ਸਿੰਘ ਜੀ ਨੇ ਪਟਿਆਲਾ, ਨਾਭਾ, ਫਰੀਦਕੋਟ ਰਿਆਸਤਾਂ ਵਿੱਚ ਆਉਣ ਵਾਲੀ ਆਫਤ ਬਾਰੇ ਮੁਨਸ਼ੀ ਹਰਦਿੱਤ ਸਿੰਘ ਨੂੰ ਇਹ ਬਚਨ ਲਿਖਾਏ ਕਿ ਰਾਜਿਆਂ ਦੇ ਰਾਜ ਖਤਮ ਹੋ ਜਾਣਗੇ ਅਤੇ ਇੱਥੇ ਖੂਨ ਖਰਾਬਾ ਹੋਵੇਗਾ। ਪਟਿਆਲੇ ਵਿੱਚ ਰਾਜ ਸਿੰਘਾਸਨ ਲਈ ਪੱਟ ਪਊ, ਜਾਨੀ ਕਿ ਝਗੜਾ ਹੋਵੇਗਾ। ਨਾਭਾ ਰਿਆਸਤ ਧਾਹਾਂ ਮਾਰੇਗੀ। ਫਰੀਦਕੋਟ ਰਿਆਸਤ ਵਿੱਚ ਫਾਂਸੀਆਂ ਫਾਹੇ ਹੋਣਗੇ। ਬਾਬਾ ਜੀ ਨੇ ਆਉਣ ਵਾਲੇ ਸਮੇਂ ਬਾਰੇ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਸੀ ਕਿ ਰਿਆਸਤਾਂ ਟੁੱਟ ਜਾਣਗੀਆਂ ਅਤੇ ਪਾਕਿਸਤਾਨ ਹੋਂਦ ਵਿੱਚ ਆ ਜਾਵੇਗਾ। ਹਿੰਦੁਸਤਾਨ ਦਾ ਰਾਜਨੀਤਿਕ ਢਾਂਚਾ ਬਦਲ ਜਾਏਗਾ। ਰਾਜੇ ਮਹਾਰਾਜਿਆਂ ਦੀ ਹਕੂਮਤ ਖਤਮ ਹੋ ਜਾਵੇਗੀ। ਗੁਜਰੀ ਮਹੱਲਾ ਪੰਜਵਾਂ। ਮਤਾ ਕਰੇ ਪੱਛਮ ਕੈ ਤਾਈ, ਪੂਰਬ ਹੀ ਲੈ ਜਾਤ। ਖਿਨਮੇ ਥਾਪ ਉਥਾਪਨ ਹਾਰਾ, ਆਪਨ ਹਾਥ ਮਤਾਤ। ਸਿਆਨਪ ਕਾਹੂ ਕਾਮ ਨ ਆਤ, ਜੋ ਅਨਰੂਪਿਓ ਠਾਕੁਰ ਮੇਰੇ। ਹੋਈ ਰਹੀ ਉਹ ਬਾਤ। ਬਾਬਾ ਜੀ ਨੇ ਇੱਕ ਚਿੱਠੀ ਮੁਨਸ਼ੀ ਹਰਦਿੱਤ ਸਿੰਘ ਜੀ ਪਾਸੋਂ ਲਿਖਵਾਈ ਸੀ। ਉਸ ਵਿੱਚ ਰਿਆਸਤ ਪਟਿਆਲਾ ਮਹਾਰਾਜਾ ਭੁਪਿੰਦਰ ਸਿੰਘ ਜੀ ਨੂੰ ਕੁਝ ਸੇਵਾ ਭੁੱਚੋ ਕਲਾਂ ਆਪਣੀ ਟਿੱਲਾ ਸਾਹਿਬ ਵਾਲੀ ਰਿਹਾਇਸ਼ ਕੋਲ ਲਾਈ ਸੀ। ਕੁਝ ਹੋਰ ਥੋੜ੍ਹੀ ਜਿਹੀ ਸੇਵਾ ਡੇਰੇ ਦੇ ਅਸਥਾਨ ਤੋਂ ਪਾਸੇ ਲਾਈ ਸੀ ਅਤੇ ਬਚਨ ਕੀਤਾ ਕਿ ਜੇ ਮਹਾਰਾਜਾ ਇਹ ਸੇਵਾ ਨਿਭਾ ਦੇਵੇ ਤਾਂ ਉਸ ਦਾ ਰਾਜ ਭਾਗ ਨਹੀਂ ਜਾਏਗਾ। ਪੱਟ ਪਊ ਪਟਿਆਲੇ ਹੋਏ, ਵਾਲੀ ਆਫਤ ਵਿਸਰ ਜਾਏਗੀ। ਜੋ ਕਸ਼ਟ ਮਹਾਰਾਜੇ ਉੱਪਰ ਆਉਣਾ ਹੈ ਉਹ ਵੀ ਨਹੀਂ ਆਵੇਗਾ। ਸ਼ਲੋਕ ਮਹੱਲਾ ਪੰਜਵਾਂ। ਕਿਲਵਖ ਸਭੇ ਉਤਰਨ ਨੀਤ ਨੀਤ ਗੁਣ ਗਾਓ, ਕੋਟ ਕਲੇਸ਼ਾਂ ਉਪਜੇ ਨਾਨਕ ਬਿਸਰੇ ਨਾਓ। ਇਹ 6 ਤਰ੍ਹਾਂ ਦੀ ਸੇਵਾ ਬਾਬਾ ਜੀ ਨੇ ਮਹਾਰਾਜਾ ਪਟਿਆਲੇ ਨੂੰ ਲਾਈ ਸੀ। ਉਸ ਦਾ ਜ਼ਿਕਰ ਮੁਨਸ਼ੀ ਜੀ ਨੇ ਇਸ ਤਰ੍ਹਾਂ ਕੀਤਾ ਹੈ। ਪਹਿਲੀ, ਟਿੱਲਾ ਸਾਹਿਬ ਵਾਲੇ ਅਸਥਾਨ 'ਤੇ ਹਰਮੰਦਰ ਦੀ ਉਸਾਰੀ ਕਰਨੀ ਹੈ। ਦੂਸਰੀ, ਤਖਤਿਆਣਾ ਜੋ ਟਿੱਲਾ ਸਾਹਿਬ ਦੇ ਪਿੱਛੇ ਪਾਣੀ ਦਾ ਇੱਕ ਛੱਪੜ ਸੀ, ਉਸ ਜਗ੍ਹਾ ਉੱਪਰ ਸਰੋਵਰ ਬਣਾਉਣਾ ਹੈ। ਤੀਸਰੀ, ਭਾਈ ਦਿਆਲਦਾਸ ਦੀ ਸਮਾਧ ਦੀ ਮੁਰੰਮਤ ਕਰਨੀ ਅਤੇ ਉਸ ਦੇ ਅਖੰਡ ਪਾਠ ਦਾ ਪ੍ਰਕਾਸ਼ ਕਰਾਉਣਾ ਅਤੇ ਭੋਗ ਪਾਉਣਾ। ਚੌਥੀ, ਭਾਈ ਸਾਹਿਬ ਭਾਈ ਦਿਆਲਦਾਸ ਦੇ ਚੁੱਲ੍ਹਿਆਂ ਵਾਲਾ ਅਸਥਾਨ ਪੱਕਾ ਕਰਨਾ, ਜੋ ਕਿਲ੍ਹਾ ਸਾਹਿਬ ਭੁੱਚੋ ਕਲਾਂ ਅੰਦਰ ਹੈ। ਇਸ ਕਿਲ੍ਹੇ ਵਾਲੀ ਜਗ੍ਹਾ ਵਿੱਚ ਹੁਣ ਗੁਰਦੁਆਰਾ ਕਿਲ੍ਹਾ ਸਾਹਿਬ ਸੁਸ਼ੋਭਿਤ ਹੈ। ਪੰਜਵੀਂ,
ਬਰਨਾਲਾ ਵਿਖੇ ਚੁੱਲ੍ਹਿਆਂ ਦੀ ਸੇਵਾ ਕਰਨੀ। ਛੇਵੀਂ, ਇਸ ਜਗ੍ਹਾ ਨੂੰ ਜਾਨੀ ਭੁੱਚੋ ਕਲਾਂ ਵਾਲੀ ਨੂੰ ਹੀਰਾ ਮਹਿਲ ਦੀ ਤਰ੍ਹਾਂ ਬਣਾਉਣਾ ਹੈ। ਬਿਕਰਮੀ ਸਾਲ 1974 ਸੰਨ 1917 ਦੇ ਸ਼ੁਰੂ ਵਿੱਚ ਬਾਬਾ ਜੀ ਨੇ ਬਚਨ ਕੀਤਾ, ਮੁਨਸ਼ੀ ਜੀ, ਅਸੀਂ ਤੁਹਾਡੇ ਰਾਹੀਂ ਇਹਨਾਂ ਰਿਆਸਤਾਂ ਦੇ ਮਹਾਰਾਜਿਆਂ ਦਾ ਭਲਾ ਕਰਨਾ ਹੈ, ਤੁਸੀਂ ਸਾਡੇ ਕੋਲ ਹੀ ਰਹੋ। ਸੰਨ 1922 ਬਿਕਰਮੀ 1979 ਨੂੰ ਬਾਬਾ ਜੀ ਮਹਾਰਾਜ ਨੇ ਮੁਨਸ਼ੀ ਨੂੰ ਹੁਕਮ ਫਰਮਾਇਆ ਕਿ ਤੁਸੀਂ ਪਟਿਆਲੇ ਜਾ ਕੇ ਇਹ 6 ਬਚਨ ਬਾਦਸ਼ਾਹ ਨੂੰ ਸਾਡੀ ਤਰਫੋਂ ਸੁਣਾਉਣੇ ਹਨ। ਮੁਨਸ਼ੀ ਜੀ ਇਹ ਬਚਨ ਲਿਖ ਕੇ ਪਟਿਆਲੇ ਲੈ ਗਏ ਤੇ ਇਹ ਚਿੱਠੀ ਮਹਾਰਾਣੀ ਨੂੰ ਦੇ ਕੇ ਵਾਪਸ ਆ ਗਏ। ਜਦ ਬਾਬਾ ਜੀ ਨੇ ਪੁੱਛਿਆ ਕਿ ਬਚਨ ਸੁਣਾ ਆਇਆ, ਮਹਾਰਾਜਾ ਪਟਿਆਲੇ ਨਹੀਂ ਸਨ, ਅੱਗੇ ਸ਼ਿਕਾਰ ਖੇਡਣ ਗਏ ਸੀ। ਸੇਵਾ ਚਿੱਠੀ ਵਿੱਚ ਲਿਖ ਕੇ ਕਰਨਲ ਗੁਰਬਖਸ਼ ਸਿੰਘ ਦੇ ਰਾਹੀਂ ਘੁੱਗੇ ਮਹਾਰਾਣੀ ਉਭਾਵਾਲ ਵਾਲਿਆਂ ਨੂੰ ਤਾਂ ਮੁਨਸ਼ੀ ਜੀ ਨੇ ਚਿੱਠੀ ਫੜਾ ਕੇ ਆਉਣ ਬਾਰੇ ਦੱਸਿਆ। ਇਹ ਸੁਣ ਕੇ ਬਾਬਾ ਜੀ ਮੁਨਸ਼ੀ ਜੀ ਨਾਲ ਬਹੁਤ ਗੁੱਸੇ ਹੋਏ। ਨਾਰਾਜ਼ ਹੁੰਦੇ ਹੋਏ ਇਹ ਬਚਨ ਕੀਤਾ ਕਿ ਤੈਂ ਸਾਰਾ ਕਾਰਜ ਵਿਗਾੜ ਦਿੱਤਾ, ਬਾਦਸ਼ਾਹ ਦਾ ਤਾਂ ਸਾਰਾ ਹੀ ਬੁਰਾ ਕਰ ਦਿੱਤਾ, ਆਪਣਾ ਵੀ ਸਭ ਕੁਝ ਵਿਗਾੜ ਲਿੱਤਾ ਹੈ। ਜਦ ਤੱਕ ਤੂੰ ਸਾਡੇ ਬਚਨ ਬਾਦਸ਼ਾਹ ਨੂੰ ਨਹੀਂ ਸੁਣਾਉਂਦਾ ਅਤੇ ਬਾਦਸ਼ਾਹ ਸੁਣ ਕੇ ਬਚਨਾਂ ਨੂੰ ਮੰਨ ਨਹੀਂ ਲੈਂਦਾ, ਤਦ ਤੱਕ ਨਾ ਤਾਂ ਬਾਦਸ਼ਾਹ ਨੂੰ ਸੁੱਖ ਮਿਲੇਗਾ ਤੇ ਨਾ ਹੀ ਪਟਿਆਲਾ ਗੱਦੀ ਦੀ ਬਰਕਤ ਅਤੇ ਰੋਸ਼ਨੀ ਵਧੇਗੀ। ਸੂਹੀ ਮਹੱਲਾ ਚੌਥਾ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਜੇ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉ ਹਰ ਭਾਵੇ ਤਿਉ ਰਖੀਐ। ਮੇਰੇ ਹਰ ਜੀਉ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀਂ ਜੇ ਕਛ ਕਰ ਹਮ ਸਾਕਹਿ, ਜਿਉ ਭਾਵੇ ਤਿਵੇਂ ਬਖਸ਼। ਮੁਨਸ਼ੀ ਜੀ ਲਿਖਦੇ ਹਨ ਕਿ ਮੈਂ ਇਸ ਤਰ੍ਹਾਂ ਦੀਆਂ 250 ਦਰਖਾਸਤਾਂ ਲਿਖ ਕੇ ਭੇਜੀਆਂ ਅਤੇ ਬਚਨ ਸੁਣਾਉਣ ਲਈ ਕੋਸ਼ਿਸ਼ਾਂ ਜਾਰੀ ਰੱਖੀਆਂ, ਪਰ ਕਾਮਯਾਬੀ ਨਹੀਂ ਮਿਲੀ। ਇਸ ਦੀ ਇੱਕ ਉਦਾਹਰਣ ਉਹਨਾਂ ਦਿੱਤੀ ਹੈ ਕਿ ਮਹਾਰਾਜੇ ਦੇ ਜੇਜੀ ਘਰਾਣੇ ਦੀ ਮਹਾਰਾਣੀ ਦੇ ਟਿੱਕਾ ਜੀ ਪੈਦਾ ਹੋਣਗੇ। ਜੋਤਸ਼ੀ ਨੇ ਆਪਣੀ ਭਵਿੱਖਬਾਣੀ ਵਿੱਚ ਦੱਸਿਆ ਹੈ, ਬਾਬਾ ਜੀ ਨੇ ਫਰਮਾਇਆ ਕਿ ਟਿੱਕਾ ਨਹੀਂ, ਬੀਬੀ ਜੀ ਹੋਣਗੇ। ਬਾਬਾ ਜੀ ਦਾ ਬਚਨ ਅਟੱਲ ਹੋਇਆ, ਬੀਬੀ ਜੀ ਪੈਦਾ ਹੋਏ। ਰਾਣੀ ਕਰਮਗੜ੍ਹ ਵਾਲਿਆਂ ਰਾਹੀਂ ਮੁਨਸ਼ੀ ਜੀ ਨੇ ਇਹ ਸੰਦੇਸ਼ ਮਹਾਰਾਣੀ ਤੱਕ ਪਹੁੰਚਾਇਆ ਸੀ, ਜਿਸ ਕਰਕੇ ਰਾਣੀਆਂ ਸੇਵਾ ਵਿੱਚ ਲੱਗ ਗਈਆਂ ਤਾਂ ਕਿ ਆਫਤ ਤੋਂ ਬਚਿਆ ਜਾਵੇ। ਇਸ ਤਰ੍ਹਾਂ ਮੁਨਸ਼ੀ ਜੀ ਦੇ ਵਾਰ-ਵਾਰ ਖਤ ਲਿਖਣ ਕਰਕੇ ਮਹਾਰਾਣੀ ਜੀ ਬਾਬਾ ਜੀ ਕੋਲ ਆਏ, ਬੇਨਤੀ ਕੀਤੀ ਕਿ ਮਹਾਰਾਜ, ਰਾਜ ਘਰਾਣੇ ਵਿੱਚ ਪੈਸੇ ਦੀ ਕਮੀ ਹੈ, ਹੀਰਾ ਮਹਿਲ ਉੱਪਰ ਤਾਂ ਬਹੁਤ ਖਰਚਾ ਹੋਵੇਗਾ,
ਹੀਰਾ ਮਹਿਲ ਦੀ ਲਾਗਤ 14 ਲੱਖ ਰੁਪਏ ਆਈ ਹੈ। ਸਾਡੀ ਇਤਨੀ ਸਮਰੱਥਾ ਨਹੀਂ ਹੈ। ਅਸੀਂ ਆਪ ਦੇ ਵਿੱਤ ਅਨੁਸਾਰ ਕੋਠੀ ਤਿਆਰ ਕਰਵਾ ਦਿੰਦੇ ਹਾਂ। ਬਾਬਾ ਜੀ ਅਡੋਲ ਬੈਠੇ ਰਹੇ, ਕੋਈ ਬਚਨ ਨਹੀਂ ਕੀਤਾ। ਫਿਰ ਮਹਾਰਾਣੀ ਜੀ ਨੇ ਕੋਠੀ ਤਿਆਰ ਕਰਵਾਈ, ਜੋ ਹੁਣ ਵੀ ਮੌਜੂਦ ਹੈ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਹਨ। ਬਾਬਾ ਜੀ ਨੇ ਸਿਰਫ ਇੰਨੀ ਹਦਾਇਤ ਕੀਤੀ ਸੀ ਕਿ ਇਸ ਵਿੱਚ ਲੋਹਾ ਨਹੀਂ ਲਾਉਣਾ, ਸੋ ਇਸ ਦੇ ਵਿੱਚ ਲੋਹਾ ਨਹੀਂ ਲੱਗਿਆ। ਕੁੰਡੇ ਕਬਜੇ ਸਭ ਪਿੱਤਲ ਦੇ ਹਨ। ਬਾਬਾ ਜੀ ਇਸ ਕੋਠੀ ਬਣੀ ਉੱਪਰ ਖੁਸ਼ ਨਹੀਂ ਸਨ। ਉਹਨਾਂ ਦੇ ਬਚਨ ਮਹਾਰਾਜੇ ਨੇ ਅੱਖੋਂ ਪਰੋਖੇ ਕਰ ਦਿੱਤੇ ਸਨ। ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ, ਹੰਡੇ ਉੱਨ ਕਤਾਏ ਦਾ, ਪੈਂਦਾ ਲੋੜੇ ਪੱਟ। ਸਮੇਂ ਦੇ ਨਾਲ ਪਟਿਆਲਾ, ਨਾਭਾ ਅਤੇ ਫਰੀਦਕੋਟ ਰਿਆਸਤਾਂ ਨੂੰ ਇਫਜ਼ਾਨਾ ਭੁਗਤਣਾ ਪਿਆ, ਪਰ ਮਹਾਰਾਜਾ ਪਟਿਆਲਾ ਨਾਲ ਪੂਰਬਲੇ ਜਨਮ ਦੇ ਸੰਬੰਧ ਹੋਣ ਕਰਕੇ ਇਸ ਦੇ ਉੱਪਰ ਆਉਣ ਵਾਲੀ ਆਫਤ ਪੱਟ ਪਊ ਪਟਿਆਲੇ ਓਏ ਨੂੰ ਟਾਲਣ ਲਈ ਬਾਬਾ ਜੀ ਨੇ ਟਿੱਲਾ ਸਾਹਿਬ ਦੇ ਉੱਪਰ ਜੋ ਮੱਟੀ ਪਈ ਹੋਈ ਸੀ, ਮੱਟੀ ਨੂੰ ਠੰਡੇ ਪਾਣੀ ਨਾਲ ਭਰਾ ਲਿਆ ਅਤੇ ਟੋਆ ਪੁੱਟ ਕੇ ਇਸ ਨੂੰ ਕੰਗਣੀ ਤੱਕ ਦਬਾਉਣ ਦਾ ਹੁਕਮ ਦਿੱਤਾ। ਜਦੋਂ ਸੰਗਤ ਤੇ ਸੇਵਾਦਾਰਾਂ ਨੇ ਬੇਨਤੀ ਕਰਕੇ ਇਸ ਦਾ ਕਾਰਨ ਪੁੱਛਿਆ, ਤਾਂ ਬਾਬਾ ਜੀ ਨੇ ਬਚਨ ਕੀਤਾ ਕਿ ਜੋ ਪੱਟ ਪਊ ਪਟਿਆਲਾ ਓਏ ਦੀ ਆਫਤ ਨੂੰ ਟਾਲਣ ਲਈ ਮੱਟੀ ਕੰਗਣੀ ਤੱਕ ਮਿੱਟੀ ਵਿੱਚ ਦਬਾ ਦਿੱਤੀ ਹੈ। ਇਸ ਨਾਲ ਆਫਤ ਨਹੀਂ ਆਵੇਗੀ, ਮਿੱਟੀ ਵਿੱਚ ਹੀ ਦੱਬ ਦਿੱਤੀ ਏ। ਮਹਾਰਾਜੇ ਉੱਪਰ ਆਉਣ ਵਾਲੇ ਕਸ਼ਟ ਨੂੰ ਟਾਲਣ ਲਈ 1.25 ਲੱਖ ਜਪਜੀ ਸਾਹਿਬ ਦਾ ਪਾਠ ਕੀਤਾ। ਮੁਨਸ਼ੀ ਹਰਦੇਤ ਸਿੰਘ ਜੀ ਲਿਖਦੇ ਹਨ ਕਿ ਮਹਾਰਾਣੀਆਂ ਪਟਿਆਲਾ ਦੇ ਵਾਰ-ਵਾਰ ਬੇਨਤੀ ਕਰਨ 'ਤੇ ਇਹ ਆਫਤ ਦੂਰ ਹੋ ਗਈ, ਪਰ ਰਿਆਸਤ ਨਾਭਾ ਦਾ ਮਹਾਰਾਜਾ ਰਿਪੁਦਮਨ ਸਿੰਘ ਧਾਹਾਂ ਮਾਰਦੇ ਹੋਏ ਗੱਦੀ ਤੋਂ ਉਤਰ ਗਿਆ। ਇਸ ਸਮੇਂ ਦੇ ਅੰਦਰ ਹੀ ਮਹਾਰਾਜਾ ਫਰੀਦਕੋਟ ਬਰਜਿੰਦਰ ਸਿੰਘ ਅਤੇ ਮਹਾਰਾਜਾ ਬਲਵੀਰ ਸਿੰਘ ਛੋਟੀ ਉਮਰ ਵਿੱਚ ਹੀ ਸਵਰਗਵਾਸ ਹੋ ਗਏ। ਸ੍ਰੀਮਤੀ ਮਾਈ ਬੂੜੀਏ ਵਾਲਿਆਂ ਦੀ ਤਰਫੋਂ ਪੰਡਤ ਚਤਰ ਰਾਮ ਜੀ ਭੇਜੇ ਹੋਏ ਬਾਬਾ ਜੀ ਰੂਮੀ ਵਾਲਿਆਂ ਪਾਸ ਆਏ ਅਤੇ ਬੇਨਤੀ ਕਰਨ ਲੱਗੇ ਕਿ ਬਾਬਾ ਜੀ ਮਹਾਰਾਜ ਮਾਈ ਸਾਹਿਬ ਬੂੜੀਏ ਵਾਲੇ ਆਪ ਜੀ ਦੇ ਚਰਨਾਂ ਵਿੱਚ ਮੱਥਾ ਟੇਕਦੇ ਹੋਏ ਪੁੱਛਦੇ ਹਨ ਕਿ ਫਰੀਦਕੋਟ ਰਿਆਸਤ ਵਿੱਚ ਇਹੋ ਜਿਹਾ ਕਿਉਂ ਹੋ ਰਿਹਾ ਹੈ। ਬਾਬਾ ਜੀ ਨੇ ਇਹ ਆਫਤ ਫਾਂਸੀਆਂ ਦੀ ਦੂਰ ਕਰਨ ਦਾ ਵਾਅਦਾ ਕਰ ਲਿਆ ਸੀ। ਪ੍ਰੋਹਤ ਚਤੁਰਰਾਮ ਜੀ ਆਉਂਦੇ ਰਹੇ, ਪਰ ਮਾਈ ਸਾਹਿਬ ਛੇਤੀ ਹੀ ਗੁਜ਼ਰ ਗਏ। ਮੁਨਸ਼ੀ ਜੀ ਨੇ ਵੀ ਬਹੁਤ ਕੋਸ਼ਿਸ਼ ਕੀਤੀ ਕਿ ਫਰੀਦਕੋਟ ਵਿੱਚ ਸੁੱਖ ਸ਼ਾਂਤੀ ਰਹੇ, ਕਿਉਂਕਿ ਇਹ ਆਪਣੇ ਆਪ ਨੂੰ ਫਰੀਦਕੋਟ ਦਾ ਨਮਕ ਖਾਏ ਹੋਏ ਲਿਖਦੇ ਹਨ।
ਇਸ ਦੀ ਸਲਾਮਤੀ ਲਈ ਮੁਨਾਸਿਫ ਪੁੰਨਦਾਨ ਉਪਾਏ ਕੀਤੇ ਅਤੇ ਕਰਾਏ, ਪਰ ਕਾਮਯਾਬੀ ਨਾ ਮਿਲੀ। ਮੁਨਸ਼ੀ ਜੀ ਦੇ ਪੁੱਤਰ ਹਰਨਾਮ ਸਿੰਘ ਦੀ ਸਾਦੀ ਸਹਿਜਾਦਪੁਰ, ਬੀਬੀ ਜੀ ਪਟਿਆਲੇ ਵਾਲਿਆਂ ਦੀ ਪਾਲਕ ਮਹਿਰਿਆਂ ਦੀ ਲੜਕੀ ਮਹਾਕੌਰ ਨਾਲ ਹੋਈ ਸੀ। ਉਸ ਦੇ ਸਵਰਗਵਾਸ ਹੋਣ ਉਪਰੰਤ ਉਸ ਦੀ ਛੋਟੀ ਭੈਣ ਬਖਤਾਵਰ ਕੌਰ ਨਾਲ ਹੋਈ ਸੀ। ਉਹ ਵੀ ਰੱਬ ਨੂੰ ਪਿਆਰੀ ਹੋ ਗਈ। ਫਿਰ ਫਰੀਦਕੋਟ ਰਿਆਸਤ ਵਿੱਚ ਮੁਨਸ਼ੀ ਰਾਮ ਸਿੰਘ ਦੀ ਬੇਟੀ ਨਾਲ ਹੋਈ। ਮੁਨਸ਼ੀ ਜੀ ਦੇ ਲੜਕੇ ਹਰਨਾਮ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਸ ਦੇ ਬੱਚਿਆਂ ਦੀ ਪਰਵਰਿਸ਼ ਰਿਆਸਤ ਫਰੀਦਕੋਟ ਵਿੱਚ ਹੋਈ। ਇਸੇ ਕਰਕੇ ਮੁਨਸ਼ੀ ਹਰਦੇਤ ਸਿੰਘ ਜੀ ਆਪਣੇ ਆਪ ਨੂੰ ਫਰੀਦਕੋਟ ਦਾ ਨਮਕ ਖਾਂਦੇ ਰਹੇ ਹਾਂ ਕਹਿੰਦੇ ਹਨ। ਮੁਨਸ਼ੀ ਹਰਦੇਤ ਸਿੰਘ ਜੀ ਨੇ ਪਟਿਆਲਾ ਰਿਆਸਤ ਦੀ ਸਲਾਮਤੀ ਲਈ ਮਹਾਰਾਜਾ ਭੁਪਿੰਦਰ ਸਿੰਘ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਵੀ ਉਹ ਬਚਨ ਬਾਬਾ ਜੀ ਦੇ ਮਨਾਉਣ ਦੀ ਕੋਸ਼ਿਸ਼ ਜਾਰੀ ਰੱਖੀ ਸੀ। ਫਿਰ ਇਹਨਾਂ ਸਰਦਾਰ ਈਸਰ ਸਿੰਘ ਜੀ ਰਈਸ ਚੱਠਾ ਨੂੰ ਸਿਫਾਰਸ਼ ਕੀਤੀ ਸੀ ਕਿ ਮਹਾਰਾਜ ਯਾਦਵਿੰਦਰ ਸਿੰਘ ਅਤੇ ਰਾਜਾ ਮਹੇਸ਼ ਇੰਦਰ ਸਿੰਘ ਨੂੰ ਇਹ ਬਚਨ ਮੰਨਣ ਲਈ ਕਹਿਣ, ਤਾਂ ਕਿ ਪਟਿਆਲਾ ਗੱਦੀ ਦੀ ਬਰਕਤ ਅਤੇ ਰੋਸ਼ਨੀ ਅਤੇ ਬਾਦਸ਼ਾਹ ਦੀ ਚੜ੍ਹਤ ਬਣੀ ਰਹੇ। ਜੋ ਤਕਲੀਫਾਂ ਮਹਾਰਾਜਾ ਸਵਰਗਵਾਸੀ ਭੁਪਿੰਦਰ ਸਿੰਘ ਉਠਾਉਂਦੇ ਰਹੇ ਹਨ, ਉਹ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਮਹੇਸ਼ ਇੰਦਰ ਸਿੰਘ ਨੂੰ ਨਾ ਝੱਲਣੀਆਂ ਪੈਣ। ਪੱਟ ਪਊ ਪਟਿਆਲੇ ਵਾਲੀ ਆਫਤ ਨੂੰ ਮੱਟੀ ਵਿੱਚ ਪਾਣੀ ਪਾ ਕੇ ਰੋਕ ਲਿਆ ਸੀ, ਜਿਸ ਕਰਕੇ ਮਹਾਰਾਜਾ ਸਾਹਿਬ 7 ਸਾਲ ਹੋਰ ਰਾਜ ਕਰ ਗਏ। ਨਹੀਂ ਤਾਂ ਬਿਕਰਮੀ 1977 ਵਿੱਚ ਹੀ ਸਵਰਗਵਾਸ ਹੋ ਜਾਣਾ ਸੀ। ਪਰ ਜੇ ਬਚਨ ਮੰਨ ਕੇ ਸੇਵਾ ਕਮਾ ਲੈਂਦੇ ਤਾਂ ਪੂਰੇ 90 ਸਾਲ ਦੀ ਆਯੂ ਭੋਗਦੇ। ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆਂ। ਸਾਖੀ ਤੀਸਰੀ। ਹਰਦੇਤ ਸਿੰਘ ਨੂੰ ਮੁਨਸ਼ੀ ਦਾ ਖਿਤਾਬ। ਧੰਨ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਮਹਾਰਾਜ ਰੂਮੀ ਵਾਲਿਆਂ ਦੇ ਦਰਬਾਰ ਵਿੱਚ ਲਿਖਣ ਪੜ੍ਹਨ ਦੀ ਸੇਵਾ ਕਰਨ ਦਾ ਸੁਭਾਗ ਮੁਨਸ਼ੀ ਹਰਦੇਤ ਸਿੰਘ ਨੂੰ ਮਿਲਿਆ ਸੀ। ਪਟਿਆਲਾ ਰਿਆਸਤ ਦਾ ਮੁਲਾਜ਼ਮ ਹੋਣ ਕਰਕੇ ਇਹਨਾਂ ਨੂੰ ਮੁਨਸ਼ੀ ਕਹਿ ਕੇ ਬੁਲਾਇਆ ਜਾਂਦਾ ਸੀ। ਇੱਕ ਦਿਨ ਬਾਬਾ ਜੀ ਨੇ ਹੁਕਮ ਫਰਮਾਇਆ ਕਿ ਮੁਨਸ਼ੀ ਜੀ, ਤੁਸੀਂ ਮੇਰੇ ਪਿੰਡ ਮਨਸੂਰਵਾਲ ਜਾ ਕੇ ਸਾਰੇ ਪਿੰਡ ਦੇ ਬੰਦਿਆਂ, ਔਰਤਾਂ, ਲੜਕੇ ਲੜਕੀਆਂ ਦੇ ਨਾਮ, ਗੋਤ, ਉਮਰਾਂ ਲਿਖ ਕੇ ਲਿਆਓ। ਹੁਕਮ ਮੰਨ ਕੇ ਮੁਨਸ਼ੀ ਜੀ ਹਜ਼ੂਰ ਮਹਾਰਾਜ ਦੇ ਪਿੰਡ ਪਹੁੰਚੇ। ਕੁਝ ਸਮੇਂ ਵਿੱਚ ਸਾਰਿਆਂ ਦੇ ਨਾਮ, ਗੋਤ, ਉਮਰ ਲਿਖ ਕੇ ਬਾਬਾ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਨਮਸਕਾਰ ਕੀਤੀ। ਬਾਬਾ ਜੀ ਬਹੁਤ ਖੁਸ਼ ਹੋਏ। ਕੁਝ ਸਮੇਂ ਵਿੱਚ ਸਾਰਿਆਂ ਦੇ ਨਾਮ, ਗੋਤ, ਉਮਰ ਲਿਖ ਕੇ ਬਾਬਾ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਨਮਸਕਾਰ ਕੀਤੀ। ਬਾਬਾ ਜੀ ਬਹੁਤ ਖੁਸ਼ ਹੋ ਕੇ ਫਰਮਾਉਣ ਲੱਗੇ,
ਕਿ ਮੁਨਸ਼ੀ ਹਰਦੇਤ ਸਿੰਘ ਹੁਣ ਤੁਸੀਂ ਪੱਕੇ ਮੁਨਸ਼ੀ ਹੋ ਗਏ, ਪਹਿਲਾਂ ਕੱਚੇ ਮੁਨਸ਼ੀ ਸੀ। ਹੁਣ ਜੋ ਲਿਖ ਕੇ ਲਿਆਏ ਹੋ ਸਾਨੂੰ ਸੁਣਾਓ। ਔਰ ਅੱਗੇ ਤੋਂ ਸਾਡਾ ਇਹ ਹੁਕਮ ਹੈ ਕਿ ਆਪਣੇ ਨਾਮ ਤੋਂ ਪਹਿਲਾਂ ਮੁਨਸ਼ੀ ਲਿਖਿਆ ਕਰੋ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਆਪਣੀ ਆਪ ਕਰੇ ਪ੍ਰਤੀਤ, ਆਪੇ ਸੇਵ ਘਾਲੀਅਨ। ਮੁਨਸ਼ੀ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਰਾਜੇ ਮਹਾਰਾਜੇ ਵੀ ਆਪਣੇ ਨਾਮ ਤੋਂ ਪਹਿਲਾਂ ਰਾਜਾ ਜਾਂ ਮਹਾਰਾਜਾ ਨਹੀਂ ਲਿਖਦੇ। ਮੇਰੀ ਕੀ ਹਸਤੀ ਹੈ ਕਿ ਆਪਣੇ ਆਪ ਨੂੰ ਮੁਨਸ਼ੀ ਲਿਖਾਂ। ਹਜੂਰ ਨੇ ਫਰਮਾਇਆ, ਸਾਡੇ ਹੁਕਮ ਅਨੁਸਾਰ ਲਿਖਿਆ ਕਰੋ। ਉਸ ਤੋਂ ਬਾਅਦ ਹਰਦੇਤ ਸਿੰਘ ਜੀ ਆਪਣੇ ਨਾਮ ਤੋਂ ਪਹਿਲਾਂ ਮੁਨਸ਼ੀ ਲਿਖਣ ਲੱਗ ਪਏ। ਮੁਨਸ਼ੀ ਦੀ ਇਹ ਲਿਖਤ ਹੈ ਕਿ 29 ਪੋਹ 1995 ਬਿਕਰਮੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਦਿੱਲੀ ਵਾਲੇ ਸਰਦਾਰ ਸੰਪੂਰਨ ਸਿੰਘ ਠੇਕੇਦਾਰ ਨੂੰ ਵਾਰਤਾ ਸੁਣਾਈ ਸੀ ਕਿ ਜੋ ਗੱਦੀ ਸਾਹਿਬ ਦੇ ਟਿੱਲਾ ਸਾਹਿਬ ਵਾਲੇ ਪਾਸੇ ਦਰਵਾਜ਼ੇ ਦੇ ਸਾਹਮਣੇ ਥੜਾ ਯਾਨੀ ਫੱਟਾ ਹੈ, ਉਸ ਉੱਪਰ ਸਾਰੇ ਸੇਵਕਾਂ ਅਤੇ ਦਰਸ਼ਨ ਅਭਿਲਾਸੀਆਂ ਨੂੰ ਲੰਮਾ ਲਟਾਇਆ ਸੀ। ਬਾਬਾ ਜੀ ਇਸ ਫੱਟੇ ਨੂੰ ਬਾਦਸ਼ਾਹ ਜਰਮਨ ਦਾ ਤਖਤ ਫਰਮਾਇਆ ਕਰਦੇ ਸੀ। ਇਹ ਸੰਗਤ ਨੂੰ ਪਤਾ ਸੀ ਕਿ ਇਹ ਫੱਟਾ ਜਰਮਨ ਦਾ ਤਖਤ ਹੈ, ਪਰ ਅੱਜ ਜੋ ਸਾਰਿਆਂ ਨੂੰ ਇਸ ਉੱਪਰ ਲੇਟਣ ਲਈ ਫਰਮਾਇਆ, ਇਸ ਦਾ ਕੀ ਮਤਲਬ ਸੀ। ਸੇਵਕਾਂ ਦੇ ਅਰਜ਼ ਕਰਨ ਤੇ ਬਾਬਾ ਜੀ ਹਜੂਰ ਨੇ ਫਰਮਾਇਆ ਸੀ ਕਿ ਸਾਹਮਣੇ ਨਵੇਂ ਮੰਦਰ ਯਾਨੀ ਰਾਜਾ ਵਾਲੇ ਦਰਬਾਰ ਸਾਹਿਬ ਦੇ ਬਰਾਮਦੇ ਵਿੱਚ ਮੰਜੇ ਉੱਪਰ ਪਿਆ ਬਾਬਾ ਕੇਸਰ ਸਿੰਘ ਉੱਚੀ ਉੱਚੀ ਨਾਅਰੇ ਮਾਰ ਰਿਹਾ ਹੈ। ਇਹ ਬੱਗਾ ਸ਼ੇਰ ਦਹਾੜ ਰਿਹਾ ਹੈ। ਇਹ ਜਟਾਊ ਹੈ। ਜੇਕਰ ਇਸ ਉੱਪਰ ਨੀਲਾ ਕੱਪੜਾ ਪਾ ਦਈਏ ਤਾਂ ਸਾਮਾ ਜਟਾਊ ਬਣ ਜਾਂਦਾ ਹੈ। ਮੁਨਸ਼ੀ ਜੀ ਨੇ ਕਿਹਾ, ਮਹਾਰਾਜ ਨੀਲਾ ਪਾ ਦਈਏ ਜਾਂ ਨਾ ਪਾਈਏ, ਇਹਨਾਂ ਦਾ ਸਾਰਾ ਚਿਹਰਾ ਜਟਾਊ ਵਰਗਾ ਹੀ ਹੈ। ਉਸੇ ਤਰ੍ਹਾਂ ਦੀ ਬੈਠਕ ਹੈ। ਜਟਾਊ ਇਹ ਇੱਕ ਪੰਛੀ ਸੀ ਜਿਸ ਨੇ ਮਾਤਾ ਸੀਤਾ ਦੇ ਰਾਵਣ ਵੱਲੋਂ ਹਰਨ ਕਰਨ ਸਮੇਂ ਮੁਕਾਬਲਾ ਕੀਤਾ ਸੀ ਅਤੇ ਫੱਟੜ ਹੋ ਕੇ ਧਰਤੀ ਉੱਪਰ ਡਿੱਗ ਪਿਆ ਸੀ ਅਤੇ ਸ੍ਰੀ ਰਾਮ ਜੀ ਨੂੰ ਵਾਰਤਾ ਸੁਣਾ ਕੇ ਪ੍ਰਾਣ ਤਿਆਗ ਦਿੱਤੇ ਸਨ। ਹਜੂਰ ਪਾਤਸ਼ਾਹ ਨੇ ਫਰਮਾਇਆ ਕਿ ਜਦ ਅਸੀਂ ਸ੍ਰੀ ਰਾਮਚੰਦਰ ਅਤੇ ਸ੍ਰੀ ਕ੍ਰਿਸ਼ਨ ਅਵਤਾਰ ਸੀ, ਤੁਸੀਂ ਵੀ ਉਸੇ ਵੇਲੇ ਦੇ ਸਾਰੇ ਸੇਵਕ ਮੇਰੇ ਨਾਲ ਚੱਲਦੇ ਆ ਰਹੇ ਹੋ। ਦੁਨੀਆ ਤਾਂ ਕਹਿ ਰਹੀ ਸੀ ਕਿ ਜਰਮਨ ਆਇਆ, ਜਰਮਨ ਆਇਆ, ਫਿਰ ਕਿਉਂ ਨਹੀਂ ਆਇਆ। ਫਿਰ ਆਪ ਹੀ ਫਰਮਾਇਆ, ਆਪਣੇ ਹੱਥੀਂ ਬੂਟਾ ਲਾਉਣ ਵਾਲਾ ਆਪਣੇ ਸਾਹਮਣੇ ਦੂਜੇ ਨੂੰ ਪੁੱਟਣ ਨਹੀਂ ਦਿੰਦਾ। ਜਦੋਂ ਅੰਗਰੇਜ਼ ਸਾਡੇ ਵਾਰ ਨਾਲ ਆਏ ਹਨ ਅਤੇ ਅਸੀਂ ਆਪ ਬੈਠੇ ਹਾਂ,
ਫਿਰ ਜਰਮਨ ਨੂੰ ਕਿਸ ਤਰ੍ਹਾਂ ਇਹਨਾਂ ਦੀਆਂ ਜੜ੍ਹਾਂ ਪੁੱਟਣ ਦਿੰਦੇ। ਜਰਮਨ ਦੇ ਬਾਦਸ਼ਾਹ ਦੀ ਸ਼ਕਤੀ ਖਿੱਚ ਕੇ ਇਸ ਜਗ੍ਹਾ ਵਿੱਚ ਦੱਬ ਦਿੱਤੀ ਹੈ। ਇਸ ਜਗ੍ਹਾ ਨੂੰ ਆਪਣੇ ਚਰਨਾਂ ਨਾਲ ਦਬਾ ਕੇ ਅਤੇ ਸੰਗਤਾਂ ਨੂੰ ਉੱਪਰ ਲਿਟਾ ਲਿਟਾ ਕੇ ਸ਼ਕਤੀ ਦੱਬ ਦਿੱਤੀ ਹੈ। ਸ਼ਕਤੀ ਦੇ ਦੱਬ ਜਾਣ ਅਤੇ ਘੱਟ ਹੋ ਜਾਣ ਕਰਕੇ ਜਰਮਨ ਨਹੀਂ ਆ ਸਕਿਆ ਅਤੇ ਨਾ ਹੀ ਸਾਡੇ ਹੁੰਦਿਆਂ ਭੁਪਿੰਦਰੀ ਦਾ ਕੁਝ ਵਿਗਾੜੇਗਾ। ਇਹ ਵੀ ਸਾਡਾ ਬੂਟਾ ਲਾਇਆ ਹੋਇਆ ਹੈ। ਇਸ ਕਰਕੇ ਇਹਨਾਂ ਦੇ ਸੁੱਖ ਲਈ ਮੱਟ ਵਿੱਚ ਠੰਡਾ ਜਲ ਆਪਣੀ ਨਿਗਾਹ ਨਾਲ ਪਵਾਇਆ ਹੈ ਤਾਂ ਕਿ ਇਹ ਤਕਲੀਫਾਂ ਤੋਂ ਬਚ ਸਕਣ। ਸਾਧ ਕੇ ਸੰਗ ਕਲੂਖਤ ਹਰੇ, ਸਾਧ ਕੇ ਸੰਗ ਨਰਕ ਪਰ ਹਰੇ। ਸਾਧ ਕੇ ਸੰਗ ਇਹਾਂ ਉਹਾਂ ਸਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ। ਮੁਨਸ਼ੀ ਜੀ ਨੇ ਅਰਜ਼ ਕੀਤੀ ਸੀ ਕਿ ਇਹ ਬਚਨ ਲਿਖਣੇ ਹਨ। ਪਾਤਸ਼ਾਹ ਨੇ ਹੁਕਮ ਫਰਮਾਇਆ ਕਿ ਇਹ ਲਿਖਣ ਜਾਂ ਲਿਖਾਉਣ ਵਾਸਤੇ ਨਹੀਂ, ਕਿਸੇ ਮੌਕੇ ਕਹਿਣ ਵਾਲੇ ਹਨ, ਲਿਖਣੇ ਅਤੇ ਦੱਸਣੇ ਨਹੀਂ। ਪਰ ਮੁਨਸ਼ੀ ਜੀ ਨੇ ਇਹ ਬਚਨ ਮੁਨਸ਼ੀ ਜੀ ਦੇ ਇਹ ਬਚਨ ਲਿਖੇ ਹੋਏ ਮਿਲੇ ਹਨ। ਸਾਲ ਬਿਕਰਮੀ 1992 ਵਿੱਚ ਮਹਾਰਾਜਾ ਪਟਿਆਲਾ ਜਾਰਜ ਪੰਚਮ ਦੇ ਦਰਬਾਰ ਜਬਲੀ ਮੁਬਾਰਕਪੁਰ ਵਲੈਤ ਵਿੱਚ ਤਸ਼ਰੀਫ ਲਿਆਏ ਤਾਂ ਇਹ ਬਾਬਾ ਜੀ ਦੇ ਬਚਨ ਮਹਾਰਾਜਾ ਸਾਹਿਬ ਨੇ ਪੇਸ਼ ਕੀਤੇ। ਜਾਰਜ ਪੰਚਮ ਵੱਲੋਂ ਸਾਰੇ ਇੰਡੀਆ ਦੇ ਰਾਜੇ ਮਹਾਰਾਜਿਆਂ ਤੋਂ ਵੱਧ ਮਾਨ ਸਨਮਾਨ ਅਤੇ ਉੱਚੀ ਪਦਵੀ ਬਾਦਸ਼ਾਹ ਨੂੰ ਦਿੱਤੀ ਗਈ। ਮੁਨਸ਼ੀ ਜੀ ਨੇ ਇਹ ਬਚਨ ਬਾਬਾ ਜੀ ਦੇ ਬਾਬਾ ਆਨੰਦ ਸਿੰਘ ਜੀ ਨੂੰ ਸੁਣਾਉਣ ਤੋਂ ਬਾਅਦ ਅਰਜ਼ ਕੀਤੀ ਸੀ ਕਿ ਸਵਾਮੀ ਜੀ, ਤੁਸੀਂ ਆਪ ਅੰਤਰਜਾਮੀ ਹੋ। ਤੁਸੀਂ ਕੱਤਕ 1984 ਬਿਕਰਮੀ ਵਿੱਚ ਪਿੰਡ ਪੱਤੋਕੇ ਆਪ ਹੀ ਫਰਮਾਇਆ ਸੀ ਕਿ ਬੈਕੁੰਠ ਵਿੱਚ ਬਾਬਾ ਮਹਾ ਹਰਨਾਮ ਸਿੰਘ ਜੀ ਨਾਲ ਸਾਡੇ ਰੋਜ਼ ਹੀ ਬਚਨ ਹੁੰਦੇ ਹਨ। ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਇਹ ਮਨ ਮਤ ਜਾਣੇ ਹਰ ਦੂਰ ਹੈ, ਸਦਾ ਵੇਖ ਹਦੂਰ। ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।